ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਗੁਰਮਤਿ ਕਲਾਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਜੁੜ ਰਹੀਆਂ ਸਮੂਹ ਹਾਜ਼ਰ ਸੰਗਤਾਂ ਗੁਰੂ ਪਿਆਰ ਵਿੱਚ ਭਿੱਜ ਕੇ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਦੇ ਵਿੱਚ ਆਪਾਂ ਸੁਖਮਨੀ ਸਾਹਿਬ ਜੀ ਦੇ 8ਵੇਂ ਸ਼ਲੋਕ ਅਤੇ ਉਸ ਦੇ ਨਾਲ ਲੱਗਦੀ ਹੋਈ ਅਸ਼ਟਪਦੀ, ਉਸ ਦੀ ਵਿਚਾਰ ਸਾਂਝੀ ਕਰਾਂਗੇ। ਜੋ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ, ਮਨ ਸਾਚਾ ਮੁਖ ਸਾਚਾ ਸੋਏ। ਮਨ ਦੇ ਨੰਨੇ ਨੂੰ ਸਿਹਾਰੀ ਹੈ, ਇਹਦੇ ਅਰਥ ਹੋਣਗੇ ਮਨ ਵਿੱਚ। ਸਾਚਾ ਸਦਾ ਇੱਥੇ ਰਹਿਣ ਵਾਲਾ ਪ੍ਰਮਾਤਮਾ। ਮੁਖ ਫਿਰ ਖੱਖੇ ਨੂੰ ਸਿਹਾਰੀ ਹੈ, ਇਸ ਦੇ ਅਰਥ ਹੋਣਗੇ ਮੁਖ ਵਿੱਚ। ਅਵਰ, ਅਵਰ ਦਾ ਅਰਥ ਹੁੰਦਾ ਹੋਰ, ਪੇਖੈ ਵੇਖਦਾ ਹੈ, ਤੇ ਬ੍ਰਹਮ ਗਿਆਨੀ ਜਿਸ ਨੂੰ ਪ੍ਰਭੂ ਦੀ ਸੋਝੀ ਹੋ ਗਈ, ਉਸ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਇਹ ਲੱਛਣ ਇਹਨਾਂ ਗੁਣਾਂ ਨੂੰ ਪਾ ਕੇ ਸੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਫਰਮਾਉਂਦੇ ਹਨ ਕਿ ਜੋ ਜੀਵ ਮੂੰਹੋਂ ਵੀ ਉਸ ਅਕਾਲ ਪੁਰਖ ਦੀ ਉਸਤਤ ਗਾਇਨ ਕਰਦਾ ਹੈ ਅਤੇ ਦਿਲੋਂ ਵੀ ਉਸ ਨੂੰ ਪਿਆਰ ਕਰਦਾ ਹੈ, ਭਾਵ ਜਿਹੜੇ ਮਨੁੱਖ ਦੇ ਮਨ ਅਤੇ ਤਨ ਵਿੱਚ ਉਹ ਨਿਰੰਕਾਰ ਵਸਿਆ ਹੋਇਆ ਹੈ, ਜਿਹੜਾ ਸਿਰਫ ਜਗਤ ਦਿਖਾਵੇ ਲਈ ਪਾਠ ਪੂਜਾ ਨਹੀਂ ਕਰਦਾ, ਸਗੋਂ ਉਸ ਦਾ ਰੋਮ ਰੋਮ ਵਾਹਿਗੁਰੂ ਨੂੰ ਯਾਦ ਕਰ ਰਿਹਾ ਹੁੰਦਾ ਹੈ, ਜੋ ਸੱਚੇ ਦਿਲੋਂ ਉਸ ਦੇ ਗੁਣ ਗਾਇਨ ਕਰਦਾ ਹੈ, ਅਤੇ ਜਿਹੜਾ ਮਨੁੱਖ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੁਝ ਨਹੀਂ ਵੇਖਦਾ, ਜਾਂ ਇਉਂ ਕਹਿ ਲਓ ਕਿ ਜਿਸ ਮਨੁੱਖ ਨੂੰ ਹਰ ਜੀਵ ਵਿੱਚੋਂ ਉਸੇ ਪ੍ਰਭੂ ਦਾ ਝਲਕਾਰਾ ਪੈਂਦਾ ਹੈ, ਜਿਸ ਮਨੁੱਖ ਵਿੱਚ ਇਹ ਦੋਵੇਂ ਗੁਣ ਆ ਜਾਂਦੇ ਹਨ, ਉਹ ਬ੍ਰਹਮ ਗਿਆਨੀ ਹੋ ਜਾਂਦਾ ਹੈ। ਗੁਰੂ ਸਵਾਰਿਓ, ਇਸ ਦੇ ਵਿੱਚ ਗੱਲ ਆਈ ਹੈ ਕਿ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਕੀ ਲੱਛਣ ਹਨ, ਇਸ ਗੱਲ ਉੱਤੇ ਅੱਜ ਆਪਾਂ ਵਿਚਾਰਾਂ ਕਰਨੀਆਂ ਨੇ। ਧਿਆਨ ਦਿਆ ਜੇ ਕਿ ਬ੍ਰਹਮ ਗਿਆਨੀ ਉਹ ਮਹਾਂਪੁਰਸ਼ ਹੈ ਜਿਸ ਨੂੰ ਜਗਤ ਦੇ ਅਸਲੇ ਦਾ ਪਤਾ ਲੱਗ ਗਿਆ, ਜਿਸ ਨੂੰ ਸੋਝੀ ਹੋ ਗਈ ਕਿ ਸਰੀਰਕ ਤੌਰ 'ਤੇ ਅਸੀਂ ਸਾਰੇ 5 ਤੱਤਾਂ ਦੇ ਬਣੇ ਹਾਂ, ਜਿਹਨੂੰ ਅਸੀਂ ਮਿੱਟੀ ਕਹਿੰਦੇ ਹਾਂ, ਧਰਤੀ ਕਹਿੰਦੇ ਹਾਂ, ਜਲ, ਪਵਨ, ਅਗਨ ਅਤੇ ਆਕਾਸ਼ ਦੇ ਮੇਲ ਤੋਂ ਇੱਕੋ ਮਿੱਟੀ ਦੇ ਅਸੀਂ ਸਾਰੇ ਬਣੇ ਹੋਏ ਹਾਂ, ਜਿਸ ਨੂੰ ਕਬੀਰ ਸਾਹਿਬ ਕਹਿੰਦੇ ਨੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ। ਇੱਕੋ ਹੱਥ ਦੇ ਬਣੇ ਹੋਏ ਹਾਂ, ਸਾਡੇ ਸਭਨਾਂ ਨੂੰ ਸਾਜਣ ਵਾਲਾ ਇੱਕੋ ਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਭ ਵਿੱਚ ਉਸੇ ਮਾਲਕ ਦੀ ਜੋਤ ਜਾਂ ਉਸੇ ਦੀ ਸ਼ਕਤੀ ਹੈ, ਭਾਵ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਭ ਵਿੱਚ ਉਹੀ ਬੋਲ ਰਿਹਾ ਹੈ। ਨੰਬਰ 2, ਬ੍ਰਹਮ ਗਿਆਨੀ ਉਹ ਹੈ ਜਿਸ ਨੂੰ ਆਪੇ ਦਾ ਗਿਆਨ ਹੋ ਜਾਂਦਾ ਹੈ, ਜਿਸ ਨੂੰ ਖੋਜ ਕਰਦੇ ਕਰਦੇ ਹੋਰ ਸੂਝ ਪੈਂਦੀ ਹੈ ਕਿ ਉਸ ਦਾ ਸਰੀਰ ਭਾਵੇਂ ਰਕਤ ਬੂੰਦ ਦਾ ਗਾਰਾ ਹੈ, ਪਰ ਉਹ ਆਪ ਰਾਮ ਕੀ ਅੰਸ਼ ਹੈ, ਉਸ ਨਿਰੰਕਾਰ ਦੀ ਜੋਤ ਦਾ ਸਰੂਪ ਹੈ, ਅਤੇ ਉਹ ਗਦਗਦ ਹੋ ਪੁਕਾਰ ਉੱਠਦਾ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਮਨ ਨੂੰ ਕਹਿ ਰਿਹਾ ਹੁੰਦਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਪਾਓ। ਉਸ ਨੂੰ ਕੇਵਲ ਆਪੇ ਦੀ ਹੀ ਸੋਝੀ ਨਹੀਂ ਹੋ ਜਾਂਦੀ,
ਸਗੋਂ ਉਸ ਨੂੰ ਆਤਮਾ ਤੇ ਪਰਮਾਤਮਾ ਦੇ ਪਰਸਪਰ ਰਿਸ਼ਤੇ ਦਾ ਵੀ ਗਿਆਨ ਹੋ ਜਾਂਦਾ ਹੈ। ਨੰਬਰ 3 ਗੁਰੂ ਸਵਾਰਿਓ, ਇੱਕ ਅਗਿਆਨੀ ਜਿੱਥੇ ਕਿਸੇ ਦੇ ਜਨਮ ਉੱਪਰ ਖੁਸ਼ ਹੁੰਦਾ ਹੈ ਤੇ ਮਰਨ ਤੇ ਰੋਂਦਾ ਹੈ, ਉੱਥੇ ਗਿਆਨੀ ਨੂੰ ਜਨਮ ਮਰਨ ਤਥਾ ਆਵਾਗਮਨ ਖੂਹ ਦੀਆਂ ਟਿੰਡਾਂ ਦਾ ਚੱਕਰ ਹੀ ਭਾਸਦਾ ਹੈ, ਜੋ ਮੁੜ ਮੁੜ ਭਰੀਂਦੀਆਂ ਤੇ ਖਾਲੀ ਹੁੰਦੀਆਂ ਰਹਿੰਦੀਆਂ ਹਨ। ਉਸ ਨੂੰ ਇਹ ਆਵਣ ਜਾਣਾ ਇੱਕ ਖੇਲ ਨਜ਼ਰ ਆਉਂਦਾ ਹੈ। ਇਸ ਲਈ ਉਸ ਦੇ ਮੂੰਹੋਂ ਆਪ ਮੁਹਾਰੇ ਇਹ ਬੋਲ ਨਿਕਲ ਪੈਂਦੇ ਹਨ ਕਿ ਨਹਿ ਕਿਛ ਜਨਮੈ ਨਹਿ ਕਿਛ ਮਰੈ। ਨੰਬਰ 4 ਗੁਰੂ ਸਵਾਰਿਓ, ਜਿਵੇਂ ਇੱਕ ਸੰਸਾਰੀ ਬੰਦੇ ਨੂੰ ਕਿਸੇ ਬਹੁਤ ਉੱਚੇ ਮਨਾਰੇ ਤੋਂ ਹੇਠਾਂ ਖਲੋਤੇ ਲੋਕਾਂ ਵਿੱਚੋਂ ਆਪਣੇ ਬੇਗਾਨੇ, ਵੈਰੀ ਮਿੱਤਰ, ਊਚ ਨੀਚ, ਅਮੀਰ ਗਰੀਬ, ਵੱਡੇ ਛੋਟੇ ਜਾਂ ਪਾਪੀ ਪੁੰਨੀ ਦਾ ਵਿਤਕਰਾ ਮਿਟ ਜਾਂਦਾ ਹੈ ਅਤੇ ਉਸੇ ਨੂੰ ਸਭ ਮਨੁੱਖ ਹੀ ਨਜ਼ਰ ਆਉਂਦੇ ਹਨ, ਤਿਵੇਂ ਇੱਕ ਬ੍ਰਹਮ ਗਿਆਨੀ ਆਤਮਿਕ ਮੰਡਲ ਦੀ ਅਜਿਹੀ ਉਚਾਈ ਤੇ ਪਹੁੰਚ ਜਾਂਦਾ ਹੈ ਕਿ ਉਸ ਲਈ ਸਰੀਰਾਂ ਦਾ ਫਰਕ ਮਿਟ ਜਾਂਦਾ ਹੈ। ਉਸ ਨੂੰ ਕੇਵਲ ਆਤਮਾਵਾਂ ਦਾ ਹੀ ਝੋਲਾ ਪੈਂਦਾ ਹੈ। ਭਾਵ ਜਿੱਥੇ ਇੱਕ ਅਗਿਆਨੀ ਬਾਹਰਲੀ ਸੂਰਤ ਵੇਖ ਕੇ ਕਿਸੇ ਨੂੰ ਪੂਜਦਾ ਹੈ ਤੇ ਕਿਸੇ ਨੂੰ ਧਰਕਾਰਦਾ ਹੈ, ਉੱਥੇ ਗਿਆਨੀ ਊਚ ਨੀਚ ਸਭ ਵਿੱਚ ਗੋਪਾਲ ਨੂੰ ਹੀ ਵੇਖਦਾ ਹੈ। ਗੀਤਾ ਵਿੱਚ ਵੀ ਅਜਿਹਾ ਜ਼ਿਕਰ ਮਿਲਦਾ ਹੈ, ਗਿਆਨੀ ਲਈ ਇੱਕ ਹਨ ਸ਼ੂਦਰ ਤੇ ਚੰਡਾਲ, ਕੁੱਤੇ ਹਾਥੀ ਗਊ ਵਿੱਚ ਵੇਖੋ ਉਹ ਗੋਪਾਲ। ਨਹੀਂ ਨਹੀਂ, ਉਸ ਨੂੰ ਪਾਤੀ ਪਾਤੀ ਜੀਓ, ਪੱਤੇ ਪੱਤੇ ਵਿੱਚ ਜੀਵ ਆਤਮਾ ਨਜ਼ਰ ਆਉਂਦੀ ਹੈ ਤੇ ਉਹ ਕਹਿੰਦਾ ਹੈ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨਹਾਰਾ। ਅਰਥਾਤ ਉਹ ਭਗਤ ਨਾਮਦੇਵ ਵਾਂਗ ਸਰਬ ਮੈਂ ਪੇਖੈ ਭਗਵਾਨ ਕਿ ਈਬੈ ਬੀਠੁਲ ਉਬੈ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ। ਉਹ ਸਭਨਾ ਵਿੱਚ ਉਸ ਭਗਵਾਨ ਦੇ ਦਰਸ਼ਨ ਕਰਦਾ ਹੈ। ਉਸ ਨੂੰ ਸਭਨਾ ਅੱਖਾਂ ਵਿੱਚ ਭਗਵਾਨ ਆਪ ਹੀ ਤੱਕਦਾ ਨਜ਼ਰ ਆਉਂਦਾ ਹੈ। ਪੰਜਵੀਂ ਗੱਲ ਗੁਰੂ ਸਵਾਰਿਓ, ਅਗਿਆਨੀ ਜਗਤ ਪਦਾਰਥਾਂ ਨੂੰ ਸਦੀਵੀ ਸਮਝ ਕੇ ਰਾਤ ਦਿਨ ਉਹਨਾਂ ਪਿੱਛੇ ਹੀ ਦੌੜਦਾ ਭੱਜਦਾ ਰਹਿੰਦਾ ਹੈ। ਪਰ ਗਿਆਨੀ ਜਗ ਨੂੰ ਸੁਪਨਾ, ਸਰੀਰ ਨੂੰ ਬਾਲੂ ਕੀ ਭੀਤ, ਰੇਤ ਦੀ ਕੰਧ, ਸਭ ਜੀਵਾਂ ਨੂੰ ਰੈਣ ਪ੍ਰਾਹੁਣਾ, ਭਾਵ ਸੰਸਾਰ ਰੂਪ ਸਰਾਂ ਵਿੱਚ ਇੱਕ ਰਾਤ ਦੇ ਪ੍ਰਾਹੁਣੇ ਤੇ ਪਦਾਰਥਾਂ ਨੂੰ ਕੂੜ ਸਮਝ ਕੇ ਕਹਿੰਦਾ ਹੈ, ਕਿਆ ਮੰਗੋ ਕਿਛ ਥਿਰ ਨਾ ਰਹਾਈ, ਕਿਸ ਨਾਲ ਕੀਜੈ ਦੋਸਤੀ, ਸਭ ਜਗ ਚੱਲਣ ਹਾਰ। ਯਾਦ ਰੱਖਣਾ, ਇਸੇ ਲਈ ਉਹ ਬੇਨਤੀ ਕਰਦਾ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਹੇ ਦਾਤਾ, ਮੈਂ ਤੇਰੇ ਚਰਨਾਂ ਦੀ ਪ੍ਰੀਤ ਤੋਂ ਛੁੱਟ ਕੁਝ ਨਹੀਂ ਚਾਹੁੰਦਾ, ਕਿਉਂਕਿ ਮੈਨੂੰ ਸੋਝੀ ਆ ਗਈ ਹੈ ਕਿ ਤੁਝ ਬਾਝ ਕੂੜੋਂ ਕੂੜ, ਤੇਰੇ ਤੋਂ ਬਿਨਾ ਸਭ ਝੂਠ ਹੈ, ਸਭ ਕੂੜ ਹੈ। ਛੇਵੀਂ ਗੱਲ ਗੁਰੂ ਸਵਾਰਿਓ, ਜਿੱਥੇ ਅਗਿਆਨੀ ਖਾਣ ਲਈ ਜਿਉਂਦਾ ਹੈ, ਉੱਥੇ ਗਿਆਨੀ ਜਿਉਣ ਲਈ ਖਾਂਦਾ ਹੈ। ਭਾਵ ਅਗਿਆਨੀ ਆਪਣੇ ਜੀਵਨ ਦਾ ਮਨੋਰਥ ਖਾਣਾ ਪੀਣਾ ਤੇ ਸੌਣਾ ਸਮਝਦਾ ਹੈ। ਉਹ ਰਾਤ ਸਿਉਂ ਕੇ ਅਤੇ ਦਿਨ ਖਾ ਕੇ ਗੁਜ਼ਾਰ ਦਿੰਦਾ ਹੈ। ਆਪਣੇ ਹੀਰੇ ਜੇ ਮਨੁੱਖਾ ਜਨਮ ਨੂੰ ਕੋਡੀਆਂ ਦੇ ਭਾਅ ਲੁਟਾ ਦਿੰਦਾ ਹੈ। ਪਰ ਇੱਕ ਗਿਆਨੀ ਆਪਣੇ ਤਾਈਂ ਸਮਝਾਉਂਦਾ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਲਈ ਉਹ ਰਾਤ ਦਿਨ ਸਵਾਸ ਸਵਾਸ ਖਾਂਦਿਆਂ ਪੀਂਦਿਆਂ ਉੱਠਦਿਆਂ ਬਹਿੰਦਿਆਂ ਉਸ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰਦਾ ਹੈ, ਉਸ ਦੇ ਉਪਕਾਰਾਂ ਦਾ ਧੰਨਵਾਦ ਕਰਦਾ ਹੈ ਤੇ ਗੁਣਾਂ ਨੂੰ ਧਾਰਨ ਕਰਦਾ ਹੈ। ਗੁਰੂ ਸਵਾਰਿਓ, ਗੱਲ ਕੀ 7ਵੀਂ ਗੱਲ ਨੂੰ ਬੜੇ ਧਿਆਨ ਨਾਲ ਸੁਣਨਾ। ਬ੍ਰਹਮ ਗਿਆਨੀ ਅਭੈ ਭੈ ਰਹਿਤ ਹੁੰਦਾ ਹੈ।
ਉਹ ਕਿਸੇ ਕੋਲੋਂ ਡਰਦਾ ਨਹੀਂ ਹੈ ਤੇ ਕਿਸੇ ਨੂੰ ਡਰਾਉਂਦਾ ਵੀ ਨਹੀਂ ਹੈ। ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੀਂ ਬਖਾਨ। 8ਵੀਂ ਗੱਲ ਏ, ਬ੍ਰਹਮ ਗਿਆਨੀ ਲੋਭ, ਮੋਹ ਅਤੇ ਅਹੰਕਾਰ ਤੋਂ ਰਹਿਤ ਹੁੰਦਾ ਹੈ। ਦੁੱਖ ਸੁੱਖ ਵਿੱਚ ਇੱਕ ਸਮ ਰਹਿੰਦਾ ਹੈ। ਉਹ ਨਾ ਹੀ ਸੁੱਖ ਨਾਲ ਸਨੇਹ ਪਾਉਂਦਾ ਹੈ ਤੇ ਨਾ ਹੀ ਦੁੱਖ ਤੋਂ ਘਬਰਾਉਂਦਾ ਹੈ। ਜਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਸੁਖ ਦੁੱਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਧਿਆਨ ਦਿਆ ਜੇ ਕਿ ਬ੍ਰਹਮ ਗਿਆਨੀ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਹੁੰਦਾ ਹੈ। ਉਸ ਦੇ ਚਿਹਰੇ ਤੇ ਤੇਜ ਰੱਬੀ ਨੂਰ ਜਾਂ ਜਲਾਲ ਟਪਕਦਾ ਹੈ, ਜਿਸ ਦਾ ਸਦਕਾ ਉਸ ਦੇ ਦਰਸ਼ਨ ਕੀਤਿਆਂ ਮਨ ਦੀ ਭੁੱਖ ਦੂਰ ਹੁੰਦੀ ਹੈ। ਦਰਸ਼ਨ ਭੇਟਤ ਹੋਤ ਨਿਹਾਲ, ਉਸ ਦਾ ਮਿਲਾਪ ਬੰਦੇ ਨੂੰ ਖੇੜਾ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਥੇ ਹੀ ਬਸ ਨਹੀਂ, ਬ੍ਰਹਮ ਗਿਆਨੀ ਸਦਾ ਸ਼ਾਂਤ ਰਹਿੰਦਾ ਹੈ। ਸ਼ਾਂਤੀ ਵਿਚਕਾਰ ਕਮਾਵਣੀ ਸਾ ਖਸਮ ਪਾਏ ਥਾਏ, ਅਤੇ ਬੜਾ ਕੋਮਲ ਸੁਭਾਅ ਦਾ ਉਹ ਮਾਲਕ ਹੁੰਦਾ ਹੈ। ਯਾਦ ਰੱਖਣਾ, ਕੌੜਾ ਬੋਲ ਨਾ ਜਾਣੈ, ਕਦੇ ਕੋੜਾ ਨਹੀਂ ਬੋਲਦਾ। ਉਹ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕਿਸੇ ਗੱਲ ਦੀ ਇੱਛਾ ਨਹੀਂ ਰੱਖਦਾ। ਉਹ ਨਿਸ਼ਕਾਮ ਕਰਮ ਕਰਦਾ ਹੈ। ਗੁਰੂ ਸਵਾਰਿਓ, ਗੱਲ ਕੀ ਏ ਕਿ ਬ੍ਰਹਮ ਗਿਆਨੀ ਤਨ ਅਤੇ ਮਨ ਕਰਕੇ ਸ਼ੁੱਧ ਹੁੰਦਾ ਹੈ। ਤਨ ਮਨ ਨਿਰਮਲ, ਨਿਰਮਲ ਬਾਣੀ ਸੱਚੇ ਸੱਚ ਸਮਾਇਆ। ਭਾਵ ਉਸ ਦਾ ਕਾਰ ਵਿਹਾਰ ਵੀ ਨਿਰਮਲ ਹੁੰਦਾ ਹੈ, ਬੜਾ ਪਵਿੱਤਰ ਹੁੰਦਾ ਹੈ। ਸਾਧ ਨਾਮ ਨਿਰਮਲ ਤਾਂ ਕੇ ਕਰਮ। ਗੁਰੂ ਸਵਾਰਿਓ, ਬ੍ਰਹਮ ਗਿਆਨੀ ਕੇ ਭਗਤ ਨਿਰਵੈਰ ਦੇ ਕਥਨ ਅਨੁਸਾਰ ਬ੍ਰਹਮ ਗਿਆਨੀ ਕਿਸੇ ਨਾਲ ਵੈਰ ਨਹੀਂ ਰੱਖਦਾ। ਉਸ ਵਿੱਚ ਬੜੀ ਧੀਰਜ ਹੁੰਦੀ ਹੈ। ਉਹ ਬਿਪਤਾ ਨੂੰ ਬੜੀ ਧੀਰਜ ਨਾਲ ਸਹਾਰਦਾ ਹੈ। ਚੇਤੇ ਰੱਖਣਾ, ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ। ਗੁਰੂ ਸਵਾਰਿਓ, ਬ੍ਰਹਮ ਗਿਆਨੀ ਦੇ ਲੱਛਣਾਂ ਵੱਲ ਧਿਆਨ ਦੇਣਾ। ਬ੍ਰਹਮ ਗਿਆਨੀ ਉਸਤਤ ਨਿੰਦਿਆ ਦੋਹਾਂ ਤੋਂ ਉੱਚਾ ਹੁੰਦਾ ਹੈ। ਨਾ ਹੀ ਕਿਸੇ ਦੀ ਨਿੰਦਿਆ ਕਰਦਾ ਹੈ ਅਤੇ ਨਾ ਹੀ ਆਪਣੀ ਉਸਤਤ ਦਾ ਉਹ ਭੁੱਖਾ ਹੁੰਦਾ ਹੈ। ਜਿਹੜੀ ਗੱਲ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਖੀ, ਉਸਤਤ ਨਿੰਦਿਆ ਨਾਹੀ ਜੇ, ਕੰਚਨ ਲੋਹ ਸਮਾਨ। ਗੁਰੂ ਸਵਾਰਿਓ, ਕਾਮ ਕ੍ਰੋਧ ਜੇ ਪਰਸੈ ਨਾਹਨ, ਕਾਮ ਅਤੇ ਕ੍ਰੋਧ ਉਸ ਦੇ ਨੇੜੇ ਵੀ ਨਹੀਂ ਟੁੱਕਦੇ। ਖਿਆਲ ਕਰਿਓ, ਪਰ ਪਕਾਰ ਨਿਤ ਚਿਤਵ ਤੇ ਨਾਹੀ ਕੱਚ ਪਹੁੰਚ ਦੇ ਅਨੁਸਾਰ ਬ੍ਰਹਮ ਗਿਆਨੀ ਸਦਾ ਕਿਸੇ ਦਾ ਭਲਾ ਕਰਨਾ, ਕਿਸੇ ਗਰੀਬ ਦੀ ਸਹਾਇਤਾ ਕਰਨੀ, ਕਿਸੇ ਲੋੜਵੰਦ ਦੀ ਮਦਦ ਕਰਨੀ, ਕਿਸੇ ਦੀਨ ਦੁਖੀਏ ਦੇ ਦੁੱਖ ਨੂੰ ਦੂਰ ਕਰਨ ਦੀ ਸੋਚਦਾ ਰਹਿੰਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ ਹੱਥੋਂ ਦੇ ਭਲਾ ਮਨਾਉਂਦਾ ਹੈ। ਬ੍ਰਹਮ ਗਿਆਨੀ ਜਿਹੜਾ ਹੈ, ਆਪ ਜੀ ਧਿਆਨ ਦਿਓਗੇ ਕਿ ਬ੍ਰਹਮ ਗਿਆਨੀ ਦੇ ਜੀਵਨ ਵਿੱਚ ਨਿਹ ਕਪਟ ਹੁੰਦਾ ਹੈ, ਨਿਰਛਲ ਹੁੰਦਾ ਹੈ। ਉਹ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਦਿਖਲਾਵੇ ਦੀ ਪ੍ਰੀਤ ਨਹੀਂ ਕਰਦਾ, ਸਗੋਂ ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤੇ ਨਿਰਮਲ ਜੀਉ ਨਿਰਮਲ ਵਾਲੀ ਗੱਲ ਉਹਦੀ ਹੁੰਦੀ ਹੈ। ਉਹ ਸਦਾ ਸੱਚ ਬੋਲਦਾ ਹੈ। ਸੱਚ ਵੇਖਣਾ, ਸੱਚ ਬੋਲਣਾ ਉਹਦੇ ਜੀਵਨ ਦਾ ਆਧਾਰ ਹੁੰਦਾ ਹੈ। ਜਿਵੇਂ ਕਿ ਗੁਰਵਾਕ ਹੈ, ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ। ਬ੍ਰਹਮ ਗਿਆਨੀ ਥੋੜਾ ਖਾਂਦਾ ਹੈ, ਥੋੜਾ ਸੌਂਦਾ ਹੈ ਅਤੇ ਦਇਆਵਾਨ ਹੁੰਦਾ ਹੈ। ਆਪਣੇ ਵਿਰੋਧੀਆਂ ਨੂੰ ਕੋਈ ਦੰਡ ਦੇਣ ਦੀ ਥਾਂ ਖਿਮਾ ਕਰ ਦਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੜੇ ਸੋਹਣੇ ਵਾਕ ਹਨ ਸ਼ਬਦ ਹਜ਼ਾਰਿਆਂ ਵਿੱਚ। ਉਹ ਕਹਿੰਦੇ ਨੇ, ਅਲਪ ਆਹਾਰ
ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਗੱਲ ਕੀ ਵੇ ਕਿ ਬ੍ਰਹਮ ਗਿਆਨੀ ਦੀ ਸੁਰਤ ਸਥਿਰ ਟਿਕੀ ਹੋਈ ਹੁੰਦੀ ਹੈ। ਉਹ ਸੰਸਾਰਕ ਪਦਾਰਥਾਂ ਨੂੰ ਦੇਖ ਕੇ ਡਿੱਗ ਨਾ ਡੋਲੈ, ਕਤਹੂ ਨਾ ਧਾਵੈ। ਉਹ ਨਾ ਡੋਲਦਾ ਹੈ, ਨਾ ਦੌੜਦਾ ਭੱਜਦਾ ਫਿਰਦਾ ਹੈ ਪਦਾਰਥਾਂ ਪਿੱਛੇ। ਬ੍ਰਹਮ ਗਿਆਨੀ ਅਹਿੰਸਕ ਹੁੰਦਾ ਹੈ। ਉਹ ਮਨ, ਬਚ ਜਾਂ ਕਰਮ ਰਾਹੀਂ ਕਿਸੇ ਨੂੰ ਦੁੱਖ ਨਹੀਂ ਦਿੰਦਾ। ਦੁੱਖ ਨਾ ਦੇਈ ਕਿਸੈ ਜੀ, ਪਤ ਸਿਉ ਘਰ ਜਾਵੋ। ਬ੍ਰਹਮ ਗਿਆਨੀ ਵਿੱਚ ਕੋਈ ਭੁੱਖ ਹੈ ਤਾਂ ਕੇਵਲ ਇੱਕੋ ਨਾਮ ਦੀ ਹੈ। ਪ੍ਰਭੂ ਦੇ ਗਿਆਨ ਦੀ ਭੁੱਖ ਹੈ। ਅਗਰ ਪਿਆਸ ਹੈ ਤਾਂ ਪ੍ਰਭੂ ਦੇ ਦਰਸ਼ਨਾਂ ਦੀ ਹੈ। ਤਾਈਓ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗ ਵਿੱਚ ਬਖਸ਼ਿਸ਼ ਕੀਤੀ। ਉਹ ਕਹਿੰਦੇ ਨੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸ਼ਾਂਤ ਪਿਆਰੇ ਜੀਓ। ਸੋ ਗੁਰੂ ਸਵਾਰਿਓ, ਹਿੰਦੂ ਸ਼ਾਸਤਰਾਂ ਵਿੱਚ ਇਹਨਾਂ ਗੁਣਾਂ ਨੂੰ ਦੈਵੀ ਗੁਣ ਕਿਹਾ ਗਿਆ ਹੈ। ਜਿਹੜੇ ਅਸੀਂ ਵਿਚਾਰੇ ਨੇ ਨਾ, ਇਹਨਾਂ ਨੂੰ ਦੈਵੀ ਗੁਣ ਕਿਹਾ ਗਿਆ, ਕਿਉਂਕਿ ਇਹ ਗੁਣ ਦੇਵਤਿਆਂ ਤੇ ਦੈਵੀ ਸ਼ਕਤੀਆਂ ਭਾਵ ਸੂਰਜ, ਚੰਦਰ, ਪ੍ਰਿਥਵੀ, ਜਲ, ਹਵਾ ਆਦਿਕ ਵਿੱਚ ਤੁਹਾਨੂੰ ਮਿਲਦੇ ਨੇ। ਗੀਤਾ ਦੇ 16ਵੇਂ ਅਧਿਆਏ ਵਿੱਚ ਵੀ ਕ੍ਰਿਸ਼ਨ ਜੀ ਨੇ ਇਹਨਾਂ ਨੂੰ ਦੈਵੀ ਸੰਪत्ति, ਦੈਵੀ ਧਨ ਜਾਂ ਦੇਵਤਿਆਂ ਦੀ ਪੂੰਜੀ ਕਿਹਾ ਹੈ। ਪਰ ਯਾਦ ਰੱਖਣਾ, ਗੁਰਮਤਿ ਵਿੱਚ ਇਹਨਾਂ ਨੂੰ ਸਾਚਾ ਧਨ ਗੁਰਮਤੀ ਪਾਏ ਜਾਂ ਸੱਚ ਵਪਾਰ ਕਰੋ ਵਪਾਰੀ। ਆਦਿ ਵਿੱਚ ਧਨ ਤੋਂ ਮੁਰਾਦ ਨਿਰੰਕਾਰ ਦਾ ਪਿਆਰ ਜਾਂ ਇਹਨਾਂ ਗੁਣਾਂ ਨੂੰ ਹੀ ਧਾਰਨ ਕਰਨਾ ਕਿਹਾ ਗਿਆ ਹੈ। ਇਹ ਗੁਣ, ਇਹ ਅਮੁਲੀਕ ਲਾਲ, ਇਹ ਰਤਨ, ਸੁੱਚੇ ਮੋਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਥਾਂ ਹਰ ਅੰਕ ਉੱਪਰ ਖਿਲਰੇ ਮਿਲਦੇ ਹਨ। ਪਰ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਇੱਕ ਸੁੰਦਰ ਮਾਲਾ ਦੇ ਰੂਪ ਵਿੱਚ ਪਰੋ ਕੇ ਸਾਡੇ ਸਾਹਮਣੇ ਰੱਖੇ ਹਨ। ਸੋ ਆਓ ਉਸ ਬ੍ਰਹਮ ਨਾਲ ਅਭੇਦ ਹੋਈ ਆਤਮਾ ਦੀ ਕਲਮ ਨਾਲ ਖਿੱਚੀ ਹੋਈ ਇਹ ਫੋਟੋ ਦੇ ਦਰਸ਼ਨ ਕਰਦੇ ਹਾਂ। ਇਸ ਅਸ਼ਟਪਦੀ ਦੇ ਵਿੱਚ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ रंग को लागै तुल पवान। ब्रह्म ज्ञानी कै धीरज एक, ज्यों बसदा को खोदै को चंदन लेप। ब्रह्म ज्ञानी का यह गुनाओ, नानक ज्यों पावक का सहज सुपाओ। सो इस तरह तुसी इस अष्टपदी दे बंद पढ़ोगे तो तुहानू ब्रह्म ज्ञानी दे सुभाव बारे, ਉਹ ਸਾਰਾ ਕੁਝ ਉਹਦੇ ਗੁਣਾਂ ਬਾਰੇ, ਉਹਦੇ ਲੱਛਣਾਂ ਬਾਰੇ ਜਿਹੜਾ ਹੈ ਉਹ ਪਤਾ ਲੱਗੇਗਾ। ਆਪ ਜੀ ਨੇ ਯਤਨ ਕਰਨਾ ਹੈ ਕਿ ਇਸ ਅਸ਼ਟਪਦੀ ਨੂੰ ਆਪਣੇ ਆਪ ਤੋਂ ਪੜ੍ਹੋਗੇ ਤੇ ਤੁਹਾਨੂੰ ਬ੍ਰਹਮ ਗਿਆਨੀ ਦੇ ਗੁਣ ਅਤੇ ਬ੍ਰਹਮ ਗਿਆਨੀ ਦੀ ਅਵਸਥਾ ਬਾਰੇ ਪਤਾ ਲੱਗੇਗਾ। ਸੋ ਅੱਜ ਦੀ ਗੁਰਮਤਿ ਕਲਾਸ ਦੇ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ਿਸ਼ ਕਰਨੀ। ਜੋ ਵੀਰ ਦੇਸਾਂ ਵਿਦੇਸਾਂ ਤੋਂ ਇਸ ਲੋਕਡਾਊਨ ਦੇ ਸਮੇਂ ਵਿੱਚ ਗੁਰਮਤਿ ਕਲਾਸ ਵਿੱਚ ਹਾਜ਼ਰ ਹੁੰਦੇ ਨੇ, ਆਪ ਸਾਰਿਆਂ ਦਾ ਦਾਸ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।